ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 33ਵਾਂ। ਅਕਾਲੀ ਰਾਜਨੀਤੀ ਦੀ ਦਰੁਸਤ ਮਾਰਗ ਦਿਸ਼ਾ ਤੈਅ ਕਰਨ ਲਈ ਬੌਧਿਕ ਪੱਧਰ ਤੇ ਗਹਿਰ ਗੰਭੀਰ ਉਪਰਾਲੇ ਕੀਤੇ ਜਾਂਦੇ, ਲੇਕਿਨ ਅਕਾਲੀ ਲੀਡਰਸ਼ਿਪ ਜਾਂ ਸਿੱਖ ਬੁੱਧੀਜੀਵੀਆਂ ਦੀ ਪੱਧਰ ਤੇ ਅਜਿਹਾ ਕੋਈ ਚੇਤੰਨ ਉਪਰਾਲਾ ਕੀਤਾ ਨਜ਼ਰ ਨਹੀਂ ਆਉਂਦਾ। ਇਸ ਮਹੱਤਵਪੂਰਨ ਮਸਲੇ ਬਾਰੇ ਅਕਾਲੀ ਦਲ ਜਾਂ ਸਿੱਖ ਪੰਥ ਦੇ ਅੰਦਰ ਗੰਭੀਰ ਵਿਚਾਰ ਚਰਚਾ ਛੇੜਨ ਅਤੇ ਵਿਚਾਰ ਮੰਥਨ ਦੇ ਜ਼ਰੀਏ ਸਹੀ ਨਿਰਣੇ ਉੱਤੇ ਅਪੜਨ ਦਾ ਕਿਸੇ ਵੀ ਪਾਸਿਓਂ ਕੋਈ ਸੰਜੀਦਾ ਯਤਨ ਨਹੀਂ ਹੋਇਆ। ਪਰ ਸਮੱਸਿਆ ਕਿਉਂਕਿ ਖਿਆਲੀ ਨਹੀਂ ਸੀ, ਸਗੋਂ ਹਕੀਕੀ ਸੀ ਅਤੇ ਰਾਜਨੀਤੀ ਦੀਆਂ ਲੋੜਾਂ ਵਿੱਚ ਇਸ ਦੇ ਫੌਰੀ ਹੱਲ ਦੀ ਮੰਗ ਕਰਦੀਆਂ ਸਨ। ਇਸ ਕਰਕੇ ਇਸ ਨੂੰ ਬਿਨਾਂ ਡੂੰਘੀ ਸੋਚ ਵਿਚਾਰ ਦੇ ਮੌਕੇ ਤੇ ਜਿਵੇਂ ਅਤੇ ਜੋ ਠੀਕ ਲੱਗਾ ਉਵੇਂ ਹੱਲ ਕਰ ਲੈਣ ਦੀ ਅਟਕਲ ਪਚੂ ਪਹੁੰਚ ਅਪਣਾ ਲਈ ਗਈ। ਗੈਰ ਗੰਭੀਰ ਮਸਲਿਆਂ ਪ੍ਰਤੀ ਅਪਣਾਈ ਅਜਿਹੀ ਬੇਕਾਇਦਾ ਪਹੁੰਚ ਉੱਤੇ ਵਿਵੇਕ ਨਾਲੋਂ ਅੰਤਰ ਪ੍ਰੇਰਣਾ ਦਾ ਤੱਤ ਵੱਧ ਹਾਵੀ ਹੋ ਨਿਬੜਦਾ ਹੈ ਅਤੇ ਫੈਸਲੇ ਲੈਣ ਵੇਲੇ ਅਕਸਰ ਦੂਰ ਰਸ ਉਦੇਸ਼ਾਂ ਦੇ ਤੇ ਨਿਸ਼ਾਨਿਆਂ ਨਾਲੋਂ ਫੌਰੀ ਗਰਜਾਂ ਵੱਧ ਭਾਰੂ ਹੋ ਜਾਂਦੀਆਂ ਹਨ। ਅਕਾਲੀ ਦਲ ਦੇ ਮਾਮਲੇ 'ਚ ਠੀਕ ਇਹੋ ਗੱਲ ਵਾਪਰੀ। ਪੰਜਾਬ ਅੰਦਰ ਕਾਂਗਰਸ ਪਾਰਟੀ ਸਿੱਖ ਪੰਥ ਦੀ ਅਵਲ ਦੁਸ਼ਮਣ ਅਤੇ ਅਕਾਲੀ ਦਲ ਦੀ ਮੁੱਖ ਸ਼ਰੀਕ ਧਿਰ ਸੀ। ਸਹੀ ਅਰਥਾਂ ਵਿੱਚ ਗੱਲ ਕਰਨੀ ਹੋਵੇ ਤਾਂ ਪੰਜਾਬ ਅੰਦਰ ਸਿੱਖ ਪੰਥ ਦੀ ਅਸਲੀ ਦੁਸ਼ਮਣ ਤਾਕਤ ਆਰੀਆ ਸਮਾਜੀ ਵਰਗ ਸੀ, ਜੋ ਪੰਜਾਬ ਦੇ ਲਗਭਗ ਸਮੁੱਚੇ ਹਿੰਦੂ ਭਾਈਚਾਰੇ ਨੂੰ ਆਪਣੀ ਫਿਰਕੂ ਵਿਚਾਰਧਾਰਾ ਦੀ ਪਾਣ ਚਾੜਨ ਅਤੇ ਆਪਣੇ ਫਿਰਕੂ ਪੈਂਤੜੇ ਦੁਆਲੇ ਲਾਮਬੰਦ ਕਰਨ 'ਚ ਲੋੜੇ ਦੀ ਹੱਦ ਤੱਕ ਸਫਲ ਹੋ ਗਿਆ ਸੀ। ਹਕੀਕਤ ਵਿੱਚ ਪੰਜਾਬ ਅੰਦਰ ਕਾਂਗਰਸ ਪਾਰਟੀ ਆਰੀਆ ਸਮਾਜ ਦੇ ਇੱਕ ਰਾਜਸੀ ਵਿੰਗ ਦੇ ਰੂਪ ਵਿੱਚ ਹੀ ਵਿਚਰ ਰਹੀ ਹੈ। ਪੰਜਾਬੀ ਹਿੰਦੂ ਵਰਗ ਦੀ ਅਸਲੀ ਵਚਨਬੱਧਤਾ ਆਰੀਆ ਸਮਾਜੀ ਵਿਚਾਰਧਾਰਾ ਨਾਲ ਹੈ ਅਤੇ ਕਾਂਗਰਸ ਪਾਰਟੀ ਉਸ ਲਈ ਇੱਕ ਫਰੰਟ ਜਥੇਬੰਦੀ ਤੋਂ ਵੱਧ ਹੋਰ ਕੋਈ ਅਹਿਮੀਅਤ ਨਹੀਂ ਰੱਖਦੀ। ਪੰਜਾਬ ਦੇ ਹਿੰਦੂ ਵਰਗ ਤੇ ਕਾਂਗਰਸ ਪਾਰਟੀ ਦੇ ਅੰਤਰ ਸੰਬੰਧਾਂ ਨੂੰ ਸਮਝਣ ਲਈ ਇਹ ਤੱਥ ਬਹੁਤ ਹੀ ਮਹੱਤਵਪੂਰਨ ਹੈ। ਇਹ ਕਹਿਣਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਹਿੰਦੂ ਵਰਗ ਨੂੰ ਵਰਗਲਾ ਰਹੀ ਜਾਂ ਆਪਣੇ ਸੌੜੇ ਰਾਜਸੀ ਮਨੋਰਥਾਂ ਲਈ ਵਰਤ ਰਹੀ ਸੀ ਜਾਂ ਹੈ, ਸੱਚਾਈ ਨੂੰ ਵਿਗੜੇ ਰੂਪ ਵਿੱਚ ਦੇਖਣਾ ਹੈ। ਸਿੱਖ ਪੰਥ ਦੇ ਸਬੰਧ ਵਿੱਚ ਪੰਜਾਬੀ ਹਿੰਦੂ ਤਬਕੇ ਤੇ ਕਾਂਗਰਸੀ ਲੀਡਰਸ਼ਿਪ ਦੀ ਬੁਨਿਆਦੀ ਪਹੁੰਚ ਵਿੱਚ ਕੋਈ ਟਕਰਾਅ ਨਹੀਂ। ਦੋਨੋਂ ਹੀ ਸਿੱਖ ਧਰਮ ਨੂੰ ਹਿੰਦੂ ਮਤ ਦੀ ਇੱਕ ਵੰਨਗੀ ਮੰਨ ਕੇ ਚੱਲਦੇ ਹਨ। ਦੋਨੋਂ ਹੀ ਸਿੱਖ ਪੰਥ ਨੂੰ ਹਿੰਦੂ ਸਮਾਜ ਅੰਦਰ ਜਜ਼ਬ ਕਰ ਲੈਣ ਦੇ ਸਾਂਝੇ ਉਦੇਸ਼ ਨੂੰ ਪ੍ਰਣਾਏ ਹੋਏ ਹਨ। ਸੋ ਇਸ ਦ੍ਰਿਸ਼ਟੀ ਤੋਂ ਦੋਨੋਂ ਹੀ ਸਿੱਖ ਕੌਮ ਪ੍ਰਤੀ ਬਰਾਬਰ ਦੀ ਮਦਭਾਵਨਾ ਰੱਖਦੇ ਹਨ। ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਦੌਰਾਨ ਪੰਜਾਬੀ ਹਿੰਦੂ ਵਰਗ ਦੇ ਵੱਡੇ ਹਿੱਸੇ ਰਾਜਸੀ ਤੌਰ ਤੇ ਕਾਂਗਰਸ ਪਾਰਟੀ ਨਾਲ ਜੁੜੇ ਹੋਣ ਦੇ ਬਾਵਜੂਦ ਗਾਂਧੀ ਦੀ ਵਿਚਾਰਧਾਰਾ ਨਾਲੋਂ ਆਰੀਆ ਸਮਾਜੀ ਵਿਚਾਰਧਾਰਾ ਤੇ ਵੱਧ ਪ੍ਰਭਾਵ ਹੇਠ ਸਨ। ਲਾਲਾ ਲਾਜਪਤ ਰਾਏ ਤੋਂ ਲੈ ਕੇ ਲਾਲਾ ਜਗਤ ਨਾਰਾਇਣ ਤੱਕ ਸਾਰੇ ਆਰੀਆ ਸਮਾਜੀ ਲਾਣੇ ਦੀ ਸੋਚ ਉੱਤੇ ਫਿਰਕਾ ਪ੍ਰਸਤੀ ਦਾ ਇੱਕਸਾਰ ਗੂੜਾ ਰੰਗ ਚੜਿਆ ਹੋਇਆ ਸੀ। ਭਾਰਤ ਦੇ ਬਟਵਾਰੇ ਤੋਂ ਪਹਿਲਾਂ ਫਿਰਕਾ ਪ੍ਰਸਤੀ ਦੀ ਇਹ ਧਾਰਾ ਮੁੱਖ ਰੂਪ ਵਿੱਚ ਮੁਸਲਿਮ ਭਾਈਚਾਰੇ ਖਿਲਾਫ ਸਿੱਧਤ ਰਹੀ। ਉਂਝ ਵਿੱਚ ਵਿਚਾਲੇ ਜਦ ਵੀ ਸਿੱਖ ਪੰਥ ਨੇ ਹਿੰਦੂ ਵਰਗ ਨਾਲੋਂ ਆਪਣੀ ਵੱਖਰੀ ਪਛਾਣ ਜਤਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਉਸ ਨੂੰ ਤੁਰੰਤ ਆਰੀਆ ਸਮਾਜੀ ਵਰਗ ਦੇ ਕ੍ਰੋਧ ਦਾ ਸਾਹਮਣਾ ਕਰਨਾ ਪਿਆ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਅੰਦਰ ਮੁਸਲਿਮ ਫੈਕਟਰ ਦੇ ਮੰਨਫੀ ਹੋ ਜਾਣ ਨਾਲ ਇਸ ਫਿਰਕੂ ਧਾਰਾ ਦਾ ਸਾਰਾ ਕਹਿਰ ਸਿੱਖ ਕੌਮ ਉੱਤੇ ਨਾਜ਼ਲ ਹੋ ਉਠਿਆ। ਭਾਰਤੀ ਹਕੂਮਤ ਦੀ ਵਾਗਡੋਰ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਆ ਜਾਣ ਨਾਲ ਪੰਜਾਬੀ ਹਿੰਦੂ ਵਰਗ ਆਪਣੇ ਫਿਰਕੂ ਉਦੇਸ਼ਾਂ ਤੇ ਹਿੱਤਾਂ ਦੀ ਪੂਰਤੀ ਲਈ ਕਾਂਗਰਸ ਪਾਰਟੀ ਦਾ ਹੋਰ ਵੀ ਵੱਧ ਜੋਸ਼ੀਲਾ ਹਮਾਇਤੀ ਬਣ ਗਿਆ। ਉਧਰ ਕਾਂਗਰਸੀ ਹਾਕਮਾਂ ਨੂੰ ਵੀ ਪੰਜਾਬ ਅੰਦਰ ਸਿੱਖ ਕੌਮ ਦੇ ਸੰਬੰਧ ਵਿੱਚ ਆਪਣੇ ਫਿਰਕੂ ਮਨਸੂਬਿਆਂ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਦੇ ਹਿੰਦੂ ਵਰਗ ਦੇ ਸਹਿਯੋਗ ਅਤੇ ਹਮਾਇਤ ਦੀ ਭਾਰੀ ਲੋੜ ਸੀ। ਵਿਚਾਰਧਾਰਕ ਇਕਸੁਰਤਾ ਦੇ ਨਾਲ ਹੀ ਇਹ ਦੁਵੱਲੀ ਗਰਜ ਸੀ ਜੋ ਪੰਜਾਬੀ ਹਿੰਦੂ ਵਰਗ ਤੇ ਕਾਂਗਰਸ ਪਾਰਟੀ ਵਿਚਕਾਰ ਮਜ਼ਬੂਤ ਸੰਜੋਗ ਕੜੀ ਬਣੀ ਹੋਈ ਸੀ। ਪੰਜਾਬੀ ਹਿੰਦੂ ਵਰਗ ਕਾਂਗਰਸ ਪਾਰਟੀ ਨਾਲੋਂ ਇੱਕ ਪੱਖੋਂ ਥੋੜੀ ਲਾਹੇਵੰਦੀ ਪੋਜੀਸ਼ਨ ਵਿੱਚ ਸੀ। ਉਸ ਦੀ ਸਾਰੀ ਜਾਨ ਕਾਂਗਰਸ ਪਾਰਟੀ ਦੀ ਮੁੱਠੀ ਵਿੱਚ ਨਹੀਂ ਸੀ। ਕਾਂਗਰਸ ਪਾਰਟੀ ਦੇ ਪੰਜਾਬੀ ਹਿੰਦੂ ਵਰਗ ਦੀਆਂ ਉਮੀਦਾਂ ਤੇ ਮੰਗਾਂ ਉੱਤੇ ਪੂਰਾ ਨਾ ਉਤਰ ਸਕਣ ਦੀ ਸੂਰਤ ਵਿੱਚ ਉਸ ਲਈ ਕਾਂਗਰਸ ਦਾ ਪੱਲਾ ਛੱਡ ਕੇ ਕਿਸੇ ਬਦਲਵੀਂ ਰਾਜਸੀ ਧਿਰ ਦੇ ਲੜ ਜਾ ਲੱਗਣ ਦਾ ਰਾਹ ਖੁੱਲ੍ਹਾ ਸੀ। ਇਸ ਦੇ ਉਲਟ ਪੰਜਾਬ ਅੰਦਰ ਕਾਂਗਰਸ ਪਾਰਟੀ ਲਈ ਹਿੰਦੂ ਵਰਗ ਦੀ ਬਾਂਹ ਛੱਡ ਕੇ ਜਿਉਂਦਿਆਂ ਰਹਿ ਸਕਣਾ ਮੁਮਕਿਨ ਨਹੀਂ ਸੀ। ਸਿੱਖ ਕੌਮ ਨੂੰ ਦੁਬੇਲ ਬਣਾ ਕੇ ਰੱਖਣ ਅਤੇ ਅਕਾਲੀ ਦਲ ਨੂੰ ਰਾਜ ਸੱਤਾ ਤੋਂ ਲਾਂਭੇ ਰੱਖਣ ਵਾਸਤੇ ਕਾਂਗਰਸੀ ਹਾਕਮਾਂ ਲਈ ਪੰਜਾਬੀ ਹਿੰਦੂ ਵਰਗ ਦਾ ਸਹਿਯੋਗ ਹਾਸਲ ਕਰਨਾ ਨਿਹਾਇਤ ਜ਼ਰੂਰੀ ਸੀ। ਹਿੰਦੂ ਵਰਗ ਤੋਂ ਇਲਾਵਾ ਕਾਂਗਰਸ ਪਾਰਟੀ ਦਾ ਪੰਜਾਬ ਅੰਦਰ ਸਮਾਜੀ ਤੌਰ ਤੇ ਪਛੜੇ ਵਰਗਾਂ ਅੰਦਰ ਵੀ ਮਜ਼ਬੂਤ ਆਧਾਰ ਸੀ। ਇਸ ਤਰ੍ਹਾਂ ਇਹਨਾਂ ਵਰਗਾਂ ਦੀ ਰਲਵੀਂ ਹਮਾਇਤ ਨਾਲ ਹੀ ਕਾਂਗਰਸ ਪਾਰਟੀ ਅਕਾਲੀ ਦਲ ਨੂੰ ਰਾਜ ਸੱਤਾ ਤੋਂ ਲਾਂਭੇ ਰੱਖਣ ਦੇ ਉਦੇਸ਼ ਵਿੱਚ ਸਫਲ ਹੋ ਰਹੀ ਸੀ। ਸੋ ਅਕਾਲੀ ਦਲ ਸਾਹਮਣੇ ਕਾਂਗਰਸ ਪਾਰਟੀ ਦੀ ਇਸ ਰਾਜਸੀ ਕਿਲ੍ਹੇਬੰਦੀ ਅੰਦਰ ਪਾੜ ਲਾਉਣ ਦੀ ਰਾਜਨੀਤਿਕ ਚੁਣੌਤੀ ਦਰਪੇਸ਼ ਸੀ। ਸਿਰਫ ਅਜਿਹਾ ਕਰਕੇ ਹੀ ਉਹ ਆਪਣੇ ਲਈ ਰਾਜ ਸੱਤਾ ਤੱਕ ਪਹੁੰਚਣ ਦਾ ਰਾਹ ਪੱਧਰਾ ਕਰ ਸਕਦੀ ਸੀ। ਸਿਰਲੇਖ ਸਿਧਾਂਤਕ ਕੁਰਾਹਾ। ਇਸ ਮਾਮਲੇ 'ਚ ਅਕਾਲੀ ਦਲ ਸਾਹਮਣੇ ਦੋ ਕਿਸਮ ਦੇ ਪੈਂਤੜਿਆਂ ਚੋਂ ਕਿਸੇ ਇੱਕ ਦੀ ਚੋਣ ਕਰਨ ਦਾ ਰਾਹ ਖੁੱਲ੍ਹਾ ਸੀ। ਇੱਕ ਇਹ ਕਿ ਅਕਾਲੀ ਦਲ ਰਾਜ ਸੱਤਾ ਉੱਤੇ ਕਾਬਜ਼ ਹੋਣ ਦੇ ਕਾਰਜ ਨੂੰ ਕੁੱਲ ਤੋਂ ਅਹਿਮ ਤੇ ਪ੍ਰਮੁੱਖ ਕਾਰਜ ਵਜੋਂ ਸੰਬੋਧਿਤ ਹੁੰਦਾ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਜੋ ਵੀ ਢੰਗ ਤਰੀਕਾ ਰਾਸ ਆਉਂਦਾ ਉਸ ਦੀ ਨਿਰਸੰਕੋਚ ਵਰਤੋਂ ਕਰਨ ਦੀ ਧੁੱਸ ਅਖਤਿਆਰ ਕਰ ਲੈਂਦਾ। ਦੂਜਾ ਇਹ ਕਿ ਉਹ ਰਾਜ ਸੱਤਾ ਉੱਤੇ ਕਾਬਜ਼ ਹੋਣ ਦੀ ਆਪਣੀ ਤਲਬ ਅਤੇ ਜ਼ਰੂਰਤ ਦਾ ਸਿੱਖੀ ਸਿਧਾਂਤਾਂ ਅਤੇ ਆਪਣੇ ਦੂਰਸ ਮਨੋਰਥਾਂ ਤੇ ਅਕੀਦਿਆਂ ਨਾਲ ਸੁਰ-ਤਾਲ ਕਾਇਮ ਰੱਖਦਾ। ਅਰਥਾਤ ਰਾਜ ਸੱਤਾ ਨੂੰ ਅੰਤਮ ਮੰਜ਼ਿਲ ਵਜੋਂ ਲੈਣ ਦੀ ਥਾਂ ਇਸ ਨੂੰ ਆਪਣੇ ਨਿਰਧਾਰਤ ਮਨੋਰਥਾਂ ਦੀ ਪ੍ਰਾਪਤੀ ਦਾ ਇੱਕ ਸਾਧਨ ਮੰਨ ਕੇ ਚੱਲਣ ਦੀ ਸੇਧ ਅਤੇ ਪਹੁੰਚ ਅਖਤਿਆਰ ਕਰਦਾ। ਠੋਸ ਰੂਪ 'ਚ ਗੱਲ ਕਰਨੀ ਹੋਵੇ ਤਾਂ ਅਕਾਲੀ ਦਲ ਸਾਹਮਣੇ ਦੋ ਸੰਭਾਵਨਾਵਾਂ ਖੁੱਲ੍ਹੀਆਂ ਸਨ। ਇੱਕ ਇਹ ਕਿ ਪੰਜਾਬ ਦੇ ਹਿੰਦੂ ਵਰਗ ਨੂੰ ਕਾਂਗਰਸ ਦੇ ਪ੍ਰਭਾਵ ਹੇਠੋਂ ਕੱਢਣ ਅਤੇ ਉਸ ਨਾਲ ਭਾਈਚਾਰਕ ਸਾਂਝ ਤੇ ਰਾਜਸੀ ਨੇੜਤਾ ਕਾਇਮ ਕਰਨ ਦੇ ਯਤਨ ਕੀਤੇ ਜਾਂਦੇ। ਦੂਜਾ ਇਹ ਕਿ ਸਮਾਜਿਕ ਤੌਰ ਤੇ ਪਛੜੇ ਵਰਗਾਂ ਖਾਸ ਕਰਕੇ ਦਲਿਤ ਭਾਈਚਾਰੇ ਦੀਆਂ ਅਕਾਲੀ ਦਲ ਪ੍ਰਤੀ ਵਿਰੋਧ ਭਾਵਨਾਵਾਂ ਨੂੰ ਖਾਰਜ ਕਰਨ ਅਤੇ ਉਹਨਾਂ ਨਾਲ ਸਮਾਜਿਕ ਤੇ ਰਾਜਸੀ ਰਾਬਤਾ ਗੰਢਣ ਲਈ ਉਚੇਚੀਆਂ ਕੋਸ਼ਿਸ਼ਾਂ ਜੁਟਾਈਆਂ ਜਾਂਦੀਆਂ। ਦੋਨਾਂ ਵਿੱਚੋਂ ਕੋਈ ਵੀ ਰਾਹ ਔਕੜਾਂ ਤੇ ਉਲਝਣਾਂ ਤੋਂ ਖਾਲੀ ਨਹੀਂ ਸੀ। ਜੇਕਰ ਅਕਾਲੀ ਦਲ ਨੇ ਆਪਣੇ ਬੁਨਿਆਦੀ ਪੰਥਕ ਨਿਸ਼ਾਨਿਆਂ ਉੱਤੇ ਕੋਈ ਸਮਝੌਤਾ ਨਹੀਂ ਸੀ ਕਰਨਾ ਤਾਂ ਉਸ ਦੇ ਸਾਹਮਣੇ ਸਮੱਸਿਆ ਪੰਜਾਬ ਦੇ ਹਿੰਦੂ ਵਰਗ ਨੂੰ ਕਾਂਗਰਸ ਦੇ ਰਾਜਸੀ ਪ੍ਰਭਾਵ ਹੇਠੋਂ ਕੱਢਣ ਦੀ ਹੀ ਨਹੀਂ ਸੀ, ਸਗੋਂ ਉਸ ਨੂੰ ਆਰੀਆ ਸਮਾਜੀ ਵਿਚਾਰਧਾਰਾ ਦੇ ਕੁਲਹਿਣੇ ਪ੍ਰਭਾਵ ਤੋਂ ਮੁਕਤ ਹੋਣ ਲਈ ਪ੍ਰੇਰਨ ਦੀ ਸੀ। ਕਿਉਂਕਿ ਜਿੰਨਾ ਚਿਰ ਪੰਜਾਬੀ ਹਿੰਦੂ ਤਬਕਾ ਆਪਣੇ ਫਿਰਕੂ ਤਵੱਸਬਾਂ ਤੋਂ ਮੁਕਤ ਨਹੀਂ ਹੁੰਦਾ ਅਤੇ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ
ਤਸਲੀਮ ਨਹੀਂ ਕਰ ਲੈਂਦਾ, ਉਹਨਾਂ ਚਿਰ ਅਕਾਲੀ ਦਲ ਲਈ ਆਪਣੇ ਸਿਧਾਂਤਾਂ ਦੀ ਬਲੀ ਦਿੱਤੇ ਬਿਨਾ ਹਿੰਦੂ ਵਰਗ ਨਾਲ ਰਾਜਸੀ ਸਾਂਝ ਜਾਂ ਨੇੜਤਾ ਕਾਇਮ ਕਰ ਸਕਣੀ ਸੰਭਵ ਨਹੀਂ। ਇਸ ਤਰ੍ਹਾਂ ਅਕਾਲੀ ਲੀਡਰਸ਼ਿਪ ਲਈ ਇਹ ਕਰੜੇ ਇਮਤਿਹਾਨ ਵਾਲੀ ਗੱਲ ਸੀ। ਚੋਣ ਦੀ ਰਾਜਨੀਤੀ ਦਾ ਦਬਾਅ ਉਸ ਨੂੰ ਹਿੰਦੂ ਵਰਗ ਨਾਲ ਰਾਜਸੀ ਸਾਂਝ ਪਾਉਣ ਲਈ ਉਤੇਜਿਤ ਕਰ ਰਿਹਾ ਸੀ, ਜਦ ਕਿ ਹਿੰਦੂ ਵਰਗ ਆਪਣੀ ਫਿਰਕੂ ਸੋਚ ਅਤੇ ਵਤੀਰੇ ਅੰਦਰ ਕੋਈ ਹਾਂ ਪੱਖੀ ਮੋੜਾ ਪਾਉਣ ਦੇ ਰੌਂ ਵਿੱਚ ਨਹੀਂ ਸੀ। ਜਿੱਥੋਂ ਤੱਕ ਸਮਾਜਿਕ ਤੌਰ ਤੇ ਪਛੜੇ ਵਰਗਾਂ ਦਾ ਸੰਬੰਧ ਹੈ, ਉਹਨਾਂ ਦੀ ਅਕਾਲੀ ਦਲ ਨਾਲੋਂ ਦੂਰੀ ਅਤੇ ਨਾਰਾਜ਼ਗੀ ਦੀ ਮੂਲ ਵਜ੍ਹਾ ਸਿੱਖ ਸਮਾਜ ਅੰਦਰਲੀਆਂ ਉੱਚ ਜਾਤਾਂ ਦਾ ਉਹਨਾਂ ਪ੍ਰਤੀ ਧਾਰਨ ਕੀਤਾ ਰਵੱਈਆ ਸੀ। ਇਹਨਾਂ ਵਰਗਾਂ ਦਾ ਵਿਸ਼ਵਾਸ ਜਿੱਤਣ ਲਈ ਅਕਾਲੀ ਦਲ ਨੂੰ ਸਿੱਖ ਸਮਾਜ ਅੰਦਰ ਪ੍ਰਚਲਿਤ ਜਾਤ ਪਾਤੀ ਸੋਚ ਪ੍ਰਣਾਲੀ ਤੇ ਅਮਲਾਂ ਦੇ ਖਿਲਾਫ ਸਖਤ ਰੁਖ ਅਖਤਿਆਰ ਕਰਨਾ ਪੈਣਾ ਸੀ। ਇਸ ਮਸਲੇ ਵਿੱਚ ਸਿੰਘ ਸਭਾ ਲਹਿਰ ਦਾ ਤਜਰਬਾ ਅਕਾਲੀ ਲੀਡਰਸ਼ਿਪ ਲਈ ਉਤਸ਼ਾਹੀ ਉਦਾਹਰਣ ਬਣ ਸਕਦਾ ਸੀ। ਸਿੰਘ ਸਭਾ ਲਹਿਰ ਦੇ ਆਗੂਆਂ ਨੇ ਦਲਿਤ ਵਰਗਾਂ ਦੇ ਸਿੱਖੀ ਤੋਂ ਬੇਮੁਖ ਹੋਣ ਦੇ ਰੁਝਾਨ ਉੱਤੇ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਹੋਇਆਂ ਉਹਨਾਂ ਨੂੰ ਵਾਪਸ ਸਿੱਖੀ ਦੀ ਧਾਰਾ ਅੰਦਰ ਲਿਆਉਣ ਵਾਸਤੇ ਸਿੱਖ ਸਮਾਜ ਅੰਦਰ ਪ੍ਰਚਲਿਤ ਜਾਤ ਪਾਤੀ ਪ੍ਰਥਾ ਵਿਰੁੱਧ ਤਿੱਖੀ ਵਿਚਾਰਧਾਰਕ ਮੁਹਿੰਮ ਲਾਮਬੰਦ ਕੀਤੀ। ਇਸ ਤੱਥ ਦਾ ਪਹਿਲਾਂ ਹੀ ਜ਼ਿਕਰ ਹੋ ਚੁੱਕਾ ਹੈ ਕਿ ਸਿੱਖ ਸਮਾਜ ਉੱਪਰ ਪਏ ਹਿੰਦੂਵਾਦੀ ਪ੍ਰਭਾਵਾਂ ਵਿਰੁੱਧ ਚਲਾਈ ਗਈ ਇਸ ਸੁਧਾਰ ਮੁਹਿੰਮ ਦੇ ਫਲਸਰੂਪ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ 1911 ਤੋਂ ਲੈ ਕੇ 1921 ਤੱਕ 10 ਸਾਲਾਂ ਦੇ ਅੰਦਰ ਸਿੱਖ ਦਲਿਤ ਵਰਗ ਦੀ ਗਿਣਤੀ ਵਿੱਚ ਤਗੜਾ ਵਾਧਾ ਨੋਟ ਕੀਤਾ ਗਿਆ, ਜਦਕਿ ਹਿੰਦੂ ਅਤੇ ਮੁਸਲਿਮ ਦਲਿਤ ਵਰਗਾਂ ਦੀ ਸੰਖਿਆ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਸਪਸ਼ਟ ਹੈ ਕਿ ਨਾ ਸਿਰਫ ਸਿੱਖ ਸਮਾਜ ਅੰਦਰ ਆਏ ਹਿੰਦੂਵਾਦੀ ਵਿਗਾੜਾਂ ਤੋਂ ਬਦਜਨ ਹੋ ਕੇ ਸਿੱਖ ਪੰਥ ਨੂੰ ਬਿਦਾਵਾ ਦੇਣ ਵਾਲੇ ਦਲਿਤ ਸਿੱਖੀ ਸੁਧਾਰਾਂ ਦੀ ਮੁਹਿੰਮ ਦੇ ਹਾਂ ਪੱਖੀ ਅਮਲ ਤੋਂ ਪ੍ਰਭਾਵਿਤ ਹੋ ਕੇ ਮੁੜ ਸਿੱਖੀ ਪੰਥ ਵੱਲ ਪਰਤ ਆਏ, ਸਗੋਂ ਹਿੰਦੂ ਅਤੇ ਮੁਸਲਿਮ ਦਲਿਤ ਵਰਗਾਂ ਚੋਂ ਵੀ ਕਾਫੀ ਲੋਕ ਸਿੱਖ ਪੰਥ ਅੰਦਰ ਸ਼ਾਮਲ ਹੋਣ ਲਈ ਪ੍ਰੇਰਿਤ ਹੋ ਗਏ। ਪਰ 60ਵਿਆਂ 'ਚ ਜੋ ਨਵੀਂ ਅਕਾਲੀ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਈ, ਉਹ ਸਿੰਘ ਸਭਾ ਲਹਿਰ ਦੇ ਇਸ ਹਾਂਦਰੂ ਤਜਰਬੇ ਕੋਲੋਂ ਉਤਸ਼ਾਹ ਅਤੇ ਪ੍ਰੇਰਨਾ ਲੈ ਸਕਣ ਦੀ ਸਿਧਾਂਤਕ ਸਮਰੱਥਾ ਨਹੀਂ ਸੀ ਰੱਖਦੀ। ਕਾਰਨ ਇਹ ਕਿ ਜਿੱਥੇ ਸਿੰਘ ਸਭਾ ਲਹਿਰ ਦੀਆਂ ਆਗੂ ਸਫਾਂ ਅੰਦਰ ਸ਼ਹਿਰੀ ਮੱਧ ਵਰਗ ਚੋਂ ਆਏ ਪੜ੍ਹੇ ਲਿਖੇ ਰੌਸ਼ਨ ਖਿਆਲ ਤੱਤਾਂ ਦਾ ਬੋਲਬਾਲਾ ਸੀ, ਉੱਥੇ ਨਵੀਂ ਅਕਾਲੀ ਲੀਡਰਸ਼ਿਪ ਆਪਣੇ ਪੇਂਡੂ ਜ਼ਿਮੀਂਦਾਰਾਂ ਪਿਛੋਕੜ ਸਦਕਾ ਰੂੜੀਵਾਦੀ ਵਿਚਾਰਧਾਰਾ ਤੇ ਸੰਸਕਾਰਾਂ ਦੇ ਗਹਿਰੇ ਪ੍ਰਭਾਵ ਹੇਠ ਸੀ। ਇਹ ਸਮਾਜੀ ਫੈਕਟਰ ਅਕਾਲੀ ਰਾਜਨੀਤੀ ਦੀਆਂ ਦਿਸ਼ਾਵਾਂ ਅਤੇ ਸੀਮਾਵਾਂ ਨਿਰਧਾਰਤ ਕਰਨ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾ ਰਿਹਾ ਸੀ। ਮਾਰਚ 1967 ਵਿੱਚ ਹੋਈਆਂ ਚੌਥੀਆਂ ਆਮ ਚੋਣਾਂ ਅਕਾਲੀ ਦਲ ਨੇ ਆਪਣੇ ਹੀ ਬਲਬੂਤੇ ਲੜੀਆਂ। ਉਸ ਵੇਲੇ ਦੇਸ਼ ਦੇ ਕਈ ਹਿੱਸਿਆਂ ਅੰਦਰ ਕਾਂਗਰਸ ਪਾਰਟੀ ਦੇ ਵਿਰੋਧ ਵਿੱਚ ਆਮ ਹਵਾ ਬਣ ਗਈ ਸੀ, ਜਿਸ ਦੇ ਸਿੱਟੇ ਵਜੋਂ ਭਾਰਤ ਦੇ ਇਤਿਹਾਸ ਵਿੱਚ ਕਾਂਗਰਸ ਪਾਰਟੀ ਪਹਿਲੀ ਵੇਰ ਅੱਧ ਦਰਜਨ ਦੇ ਕਰੀਬ ਰਾਜਾਂ ਅੰਦਰ ਸਪਸ਼ਟ ਬਹੁਮਤ ਹਾਸਲ ਕਰਨ ਵਿੱਚ ਨਾਕਾਮ ਰਹਿ ਗਈ ਸੀ। ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ 104 ਵਿੱਚੋਂ 48 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਜ਼ਰੂਰ ਉੱਭਰ ਕੇ ਸਾਹਮਣੇ ਆ ਗਈ ਸੀ, ਪਰ ਸਰਕਾਰ ਬਣਾਉਣ ਲਈ ਉਸ ਨੂੰ 5 ਵਿਧਾਇਕ ਹੋਰ ਚਾਹੀਦੇ ਸਨ। ਆਮ ਹਾਲਤਾਂ ਅੰਦਰ ਕਾਂਗਰਸ ਪਾਰਟੀ ਨੂੰ ਅਜਿਹੀ ਹਮਾਇਤ ਵਟੋਰਨ ਵਿੱਚ ਕੋਈ ਕਠਿਨਾਈ ਨਹੀਂ ਸੀ ਆਉਂਦੀ, ਕਿਉਂਕਿ ਵਿਧਾਨ ਸਭਾ ਅੰਦਰ 9 ਆਜ਼ਾਦ ਮੈਂਬਰਾਂ ਤੋਂ ਇਲਾਵਾ 6 ਹੋਰ ਮੈਂਬਰ ਅਜਿਹੇ ਸਨ ਜੋ ਪ੍ਰਚੂਨ ਕਿਸਮ ਦੀਆਂ ਪਾਰਟੀਆਂ ਦੀਆਂ ਟਿਕਟਾਂ ਉੱਤੇ ਕਾਮਯਾਬ ਹੋ ਕੇ ਆਏ ਸਨ। ਪਰ ਕਾਂਗਰਸ ਵਿਰੋਧੀ ਭਾਵਨਾਵਾਂ ਇੰਨੀਆਂ ਮਜ਼ਬੂਤ ਸਨ ਕਿ ਕਾਂਗਰਸ ਪਾਰਟੀ ਨੂੰ ਵਾਹ ਲਾਉਣ ਦੇ ਬਾਵਜੂਦ 5 ਵਿਧਾਇਕਾਂ ਦੀ ਹਮਾਇਤ ਹਾਸਲ ਕਰਨ ਵਿੱਚ ਸਫਲਤਾ ਨਾ ਮਿਲੀ।
ਇਸ ਤਰ੍ਹਾਂ 24 ਸੀਟਾਂ ਜਿੱਤ ਕੇ ਦੂਜੀ ਵੱਡੀ ਪਾਰਟੀ ਦੇ ਰੂਪ ਵਿੱਚ ਉੱਭਰ ਕੇ ਆਈ ਅਕਾਲੀ ਦਲ ਸੰਤ ਦੇ ਸਾਹਮਣੇ ਗੈਰ ਕਾਂਗਰਸੀ ਰਾਜਨੀਤਿਕ ਤਾਕਤਾਂ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ਨੂੰ ਰਾਜਸੀ ਸੱਤਾ ਤੋਂ ਲਾਂਭੇ ਰੱਖਣ ਅਤੇ ਆਪਣੀ ਅਗਵਾਈ ਹੇਠ ਮਿਲੀ ਜੁਲੀ ਸਰਕਾਰ ਕਾਇਮ ਕਰਨ ਦਾ ਸੰਜੋਗੀ ਮੌਕਾ ਪੈਦਾ ਹੋ ਗਿਆ। ਪਰ ਇਸ ਮੌਕੇ ਦਾ ਲਾਭ ਉਠਾਉਣ ਦੇ ਰਾਹ ਵਿੱਚ ਵੱਡੀਆਂ ਸਿਧਾਂਤਕ ਉਲਝਣਾਂ ਸਨ। ਅਕਾਲੀ ਦਲ ਨੂੰ ਇੱਕ ਪਾਸੇ ਜਨਸੰਘ ਵਰਗੀ ਕੱਟੜ ਹਿੰਦੂ ਫਿਰਕਾ ਪ੍ਰਸਤ ਸਮਾਜ ਨਾਲ ਹੱਥ ਮਿਲਾਉਣਾ ਪੈਣਾ ਸੀ, ਜੋ ਉਸ ਵੇਲੇ ਦੀਆਂ ਹਾਲਤਾਂ ਅਧੀਨ ਦੋ ਤਲਵਾਰਾਂ ਨੂੰ ਇੱਕੋ ਮਿਆਨ ਅੰਦਰ ਸਮਾਉਣ ਵਰਗੀ ਗੱਲ ਸੀ, ਅਤੇ ਦੂਜੇ ਪਾਸੇ ਧਰਮ ਨੂੰ ਅਫੀਮ ਕਹਿ ਕੇ ਨਕਾਰਨ ਅਤੇ ਨਿੰਦਣ ਵਾਲੀਆਂ ਕਮਿਊਨਿਸਟ ਤਾਕਤਾਂ ਨਾਲ ਰਾਜਸੀ ਸਾਂਝ ਗੰਢਣ ਦਾ ਕੌੜਾ ਘੁੱਟ ਭਰਨਾ ਪੈਣਾ ਸੀ। ਪਰ ਇਹ ਸਮੱਸਿਆ ਇੱਕ ਤਰਫੀ ਯਾਨੀ ਕਿ ਇਕੱਲੇ ਅਕਾਲੀ ਦਲ ਦੀ ਹੀ ਨਹੀਂ ਸੀ। ਇਹ ਗੱਲ ਜਨਸੰਘ ਅਤੇ ਕਮਿਊਨਿਸਟ ਪਾਰਟੀਆਂ ਉੱਤੇ ਵੀ ਬਰਾਬਰ ਲਾਗੂ ਹੁੰਦੀ ਸੀ, ਜਿਨ੍ਹਾਂ ਨੂੰ ਅਕਾਲੀ ਦਲ ਨਾਲ ਵੱਡੇ ਵਿਚਾਰਧਾਰਕ ਵਿਰੋਧਾਂ ਦੇ ਬਾਵਜੂਦ ਹਾਲਤਾਂ ਦੀ ਲੋੜ ਅਤੇ ਮਜਬੂਰੀ ਹੇਠ ਇੱਕ ਸਾਂਝੇ ਰਾਜਨੀਤਿਕ ਅਭਿਆਸ ਵਿੱਚ ਪੈਣਾ ਪੈ ਰਿਹਾ ਸੀ। ਰਾਜਨੀਤੀ ਦੇ ਖੇਤਰ ਅੰਦਰ ਇਸ ਵਰਤਾਰੇ ਨੂੰ ਅਣਹੋਂਦਾ ਨਹੀਂ ਕਿਹਾ ਜਾ ਸਕਦਾ। ਵਿਰੋਧੀ ਵਿਚਾਰਧਾਰਾ ਅਤੇ ਟਕਰਾਵੇਂ ਮਨੋਰਥਾਂ ਨੂੰ ਪਰਨਾਈਆਂ ਰਾਜਸੀ ਧਿਰਾਂ ਸਾਹਮਣੇ ਕਿਸੇ ਖਾਸ ਮੌਕੇ ਤੇ ਕਿਸੇ ਸੀਮਤ ਮਕਸਦ ਲਈ ਰਾਜਸੀ ਗੱਠਜੋੜ ਕਾਇਮ ਕਰਨ ਦੀ ਲੋੜ ਜਾਂ ਮਜਬੂਰੀ ਪੈਦਾ ਹੋ ਸਕਦੀ ਹੈ। ਇਹ ਇੱਕ ਅਜਿਹਾ ਕਰਮ ਹੈ ਜਿਸ ਨੂੰ ਰਾਜਨੀਤੀ ਅੰਦਰ ਅਣਸਰਦੀ ਬੁਰਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤਜਰਬੇ ਨੇ ਇਹ ਗੱਲ ਵਾਰ-ਵਾਰ ਦਰਸਾਈ ਹੈ ਕਿ ਇਹੀ ਉਹ ਤਿਲਕਵੀਂ ਜਗ੍ਹਾ ਹੈ ਜਿੱਥੇ ਉੱਚੇ ਸੁੱਚੇ ਸਿਧਾਂਤਾਂ ਤੇ ਮਨੋਰਥਾਂ ਨੂੰ ਪਰਨਾਈਆਂ ਰਾਜਸੀ ਤਾਕਤਾਂ ਦੇ ਆਪਣੀ ਸੇਧ ਤੋਂ ਥਿੜਕਣ ਅਤੇ ਲੀਹੋਂ ਲੱਥ ਜਾਣ ਦਾ ਸਭ ਤੋਂ ਵੱਧ ਖਤਰਾ ਬਣਿਆ ਰਹਿੰਦਾ ਹੈ। ਰਾਜਨੀਤੀ ਦੀ ਯੁੱਧ ਕਿਰਿਆ ਅੰਦਰ ਇਸ ਖਤਰਨਾਕ ਖੇਤਰ ਤੋਂ ਪਾਸਾ ਵੱਟ ਕੇ ਲੰਘ ਸਕਣਾ ਕਤਈ ਤੌਰ ਤੇ ਸੰਭਵ ਨਹੀਂ ਹੁੰਦਾ। ਇਸ ਅਮਲ ਚੋਂ ਹੀ ਦੀ ਗੁਜ਼ਰਨਾ ਰਾਜਨੀਤੀ ਦੀ ਅਣਸਰਦੀ ਲੋੜ ਹੁੰਦੀ ਹੈ। ਇਸ ਕਰਕੇ ਕਿਸੇ ਵੱਡੇ ਆਦਰਸ਼ ਲਈ ਜੂਝ ਰਹੀ ਰਾਜਸੀ ਧਿਰ ਵਾਸਤੇ ਗੱਠਜੋੜਾਂ ਦੀ ਰਾਜਨੀਤੀ ਦੀ ਵਿਦਿਆ ਦਾ ਗੂੜਾ ਗਿਆਨ ਅਤੇ ਇਸ ਦੀ ਸਫਲ ਵਰਤੋਂ ਦਾ ਅਭਿਆਸ ਜ਼ਰੂਰੀ ਹੈ। ਜਦ ਅਲੱਗ-ਅਲੱਗ ਵਿਚਾਰਧਾਰਾ ਵਾਲੀਆਂ ਰਾਜਸੀ ਤਾਕਤਾਂ ਕਿਸੇ ਸੀਮਿਤ ਸਾਂਝ ਦੇ ਆਧਾਰ ਤੇ ਸਾਂਝੇ ਗੱਠਜੋੜ ਵਿੱਚ ਸ਼ਾਮਲ ਹੁੰਦੀਆਂ ਹਨ ਤਾਂ ਉਹਨਾਂ ਦੇ ਵਿਚਾਰਧਾਰਕ ਵਖਰੇਵੇਂ ਤੇ ਵਿਰੋਧ ਅਲੋਪ ਨਹੀਂ ਹੋ ਜਾਂਦੇ ਅਤੇ ਨਾ ਹੀ ਉਹਨਾਂ ਦਰਮਿਆਨ ਹਿੱਤਾਂ ਦਾ ਟਕਰਾਅ ਖਤਮ ਹੋ ਜਾਂਦਾ। ਅਜਿਹੇ ਗੱਠਜੋੜੇ ਅੰਦਰ ਸ਼ਰੀਕ ਹਰ ਧਿਰ ਆਪਣੇ ਲਈ ਵੱਧ ਤੋਂ ਵੱਧ ਰਾਜਸੀ ਲਾਭ ਖੱਟਣ ਦੀ ਭਾਵਨਾ ਤੇ ਮਨੋਰਥ ਨਾਲ ਹੀ ਗੱਠਜੋੜ ਅੰਦਰ ਸ਼ਾਮਲ ਹੁੰਦੀ ਹੈ। ਗੱਠਜੋੜ ਕਰਨ ਮੌਕੇ ਸਿਧਾਂਤਕ ਧਿਰਾਂ ਵਿਚਕਾਰ ਤਿੱਖੀ ਜਦੋਜਹਿਦ ਅਤੇ ਜ਼ੋਰ ਅਜ਼ਮਾਈ ਹੁੰਦੀ ਹੈ। ਹਰ ਧਿਰ ਦੁਆਰਾ ਆਪਣੇ ਨੁਕਤਾ ਨਜ਼ਰ ਨੂੰ ਵੱਧ ਤੋਂ ਵੱਧ ਸੰਭਵ ਹੱਦ ਤੱਕ ਪੁਗਾਉਣ ਅਤੇ ਇੱਕ ਦੂਜੇ ਕੋਲੋਂ ਵੱਧ ਤੋਂ ਵੱਧ ਰਿਆਇਤਾਂ ਵਟੋਰਨ ਦੇ ਯਤਨ ਕੀਤੇ ਜਾਂਦੇ ਹਨ। ਗੱਠਜੋੜ ਦੇ ਹੋਂਦ ਵਿੱਚ ਆ ਜਾਣ ਤੋਂ ਬਾਅਦ ਵੀ ਆਪਸੀ ਕਸ਼ਮਕਸ਼ ਦਾ ਇਹ ਸਿਲਸਿਲਾ ਨਿਰੰਤਰ ਚੱਲਦਾ ਰਹਿੰਦਾ ਹੈ, ਜਿਸ ਦੌਰਾਨ ਸੰਬੰਧਿਤ ਧਿਰਾਂ ਦੀ ਰਾਜਸੀ ਸੂਝ, ਸਿਆਣਪ, ਸਿਧਾਂਤਕ ਪਕਿਆਈ ਅਤੇ ਰਾਜਸੀ ਤਜਰਬੇਕਾਰੀ ਦੀ ਵਾਰ-ਵਾਰ ਪ੍ਰੀਖਿਆ ਹੁੰਦੀ ਰਹਿੰਦੀ। ਸੋ ਅਕਾਲੀ ਦਲ ਦੁਆਰਾ 1967 ਤੋਂ ਆਰੰਭ ਰਾਜਸੀ ਗੱਠਜੋੜਾਂ ਦੇ ਅਮਲ ਦਾ ਇਸ ਦ੍ਰਿਸ਼ਟੀ ਤੋਂ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ, ਨਾ ਇਸ ਦ੍ਰਿਸ਼ਟੀ ਤੋਂ ਮੁਲੰਕਣ ਕੀਤਾ ਜਾਣਾ ਚਾਹੀਦਾ। ਸਿਰਲੇਖ ਗੱਠਜੋੜ ਦੀ ਰਾਜਨੀਤੀ ਸਿਧਾਂਤਾਂ ਦੀ ਬਲੀ। 1967 ਵਿੱਚ ਕਾਂਗਰਸ ਦੁਆਰਾ ਪੰਜਾਬ ਵਿਧਾਨ ਸਭਾ ਅੰਦਰ ਆਪਣਾ ਸਪਸ਼ਟ ਬਹੁਮਤ ਹਾਸਲ ਨਾ ਕਰ ਸਕਣ ਦੀ ਸੂਰਤ ਵਿੱਚ ਸੰਤ ਫਤਿਹ ਸਿੰਘ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀਆਂ ਸਿਰ ਤੋੜ ਕੋਸ਼ਿਸ਼ਾਂ ਨਾਲ ਅਕਾਲੀ ਦਲ ਦੇ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ
7 ਪਾਰਟੀਆਂ ਦੀ ਇੱਕ ਮਿਲੀ ਜੁਲੀ ਗੈਰ ਕਾਂਗਰਸੀ ਸਰਕਾਰ ਹੋਂਦ ਵਿੱਚ ਆ ਗਈ, ਜਿਸ ਵਿੱਚ ਅਕਾਲੀ ਦਲ, ਜਨ ਸੰਘ ਤੇ ਕਮਿਊਨਿਸਟ ਪਾਰਟੀਆਂ ਤੋਂ ਇਲਾਵਾ ਰਿਪਬਲਿਕਨ ਪਾਰਟੀ ਆਫ ਇੰਡੀਆ ਸਮੇਤ ਕੁਝ ਅਜਿਹੇ ਹੀ ਹੋਰ ਛੋਟੇ-ਮੋਟੇ ਦਲ ਸ਼ਾਮਲ ਸਨ। ਇਸ ਗੱਠਜੋੜ ਅੰਦਰ ਸ਼ਾਮਲ ਪ੍ਰਮੁੱਖ ਧਿਰਾਂ ਵਿਚਕਾਰ ਮੌਜੂਦ ਵੱਡੇ ਵਿਚਾਰਧਾਰਕ ਵਿਰੋਧਾਂ ਤੇ ਰਾਜਸੀ ਟਕਰਾਵਾਂ ਨੂੰ ਦੇਖਦਿਆਂ ਹੋਇਆਂ ਗੱਠਜੋੜ ਸਾਕਾਰ ਕਰਨ ਅਤੇ ਇਸ ਨੂੰ ਤੋੜ ਨਿਭਾਉਣ ਦਾ ਕਾਰਜ ਕਿਸੇ ਵੀ ਤਰ੍ਹਾਂ ਸਹਿਲ ਨਹੀਂ ਸੀ। ਭਾਵੇਂ ਅਕਾਲੀ ਦਲ ਅਤੇ ਕਮਿਊਨਿਸਟ ਪਾਰਟੀਆਂ ਵਿਚਕਾਰ ਵੀ ਸਿਧਾਂਤਾਂ ਦੇ ਡੂੰਘੇ ਵਖਰੇਵੇਂ ਅਤੇ ਜਮਾਤੀ ਹਿੱਤਾਂ ਦਾ ਸਿੱਧਾ ਟਕਰਾਓ ਮੌਜੂਦ ਸੀ, ਪਰ ਸਭ ਤੋਂ ਵੱਡੀ ਮੁਸ਼ਕਲ ਗੱਠਜੋੜ ਅੰਦਰ ਭਾਰਤੀ ਜਨਸੰਘ ਪਾਰਟੀ ਨੂੰ ਸਮਾਉਣ ਦੀ ਸੀ। ਗੱਠਜੋੜ ਅੰਦਰ ਸ਼ਾਮਲ ਧਿਰਾਂ ਵਿੱਚੋਂ ਇਹੀ ਇੱਕਮਾਤਰ ਅਜਿਹੀ ਪਾਰਟੀ ਸੀ ਜੋ ਆਪਣੀ ਕੱਟੜ ਫਿਰਕੂ ਵਿਚਾਰਧਾਰਾ ਦੇ ਪ੍ਰਭਾਵ ਹੇਠ ਪੰਜਾਬੀ ਸੂਬੇ ਦੀ ਸਥਾਪਨਾ ਸਮੇਤ ਅਕਾਲੀ ਦਲ ਦੀਆਂ ਸਭਨਾਂ ਨਿਆਈ ਮੰਗਾਂ ਦਾ ਜਨੂੰਨ ਦੀ ਪੱਧਰ ਤੇ ਨਿਰੰਤਰ ਵਿਰੋਧ ਕਰਦੀ ਆ ਰਹੀ ਸੀ। ਜਨ ਸੰਘੀ ਲਾਣੇ ਦਾ ਪੰਜਾਬੀ ਬੋਲੀ ਪ੍ਰਤੀ ਵੈਰ ਭਾਵੀ ਰਵੱਈਆ ਅਤੇ ਸਿੱਖ ਪੰਥ ਪ੍ਰਤੀ ਮੰਦ ਭਾਵਨਾਵਾਂ ਕਿਸੇ ਕੋਲੋਂ ਲੁਕੀਆਂ ਹੋਈਆਂ ਨਹੀਂ ਸਨ। ਉਸਨੇ ਪੰਜਾਬ ਦੇ ਹਿੰਦੂ ਵਰਗ ਨੂੰ ਆਪਣੀ ਮਾਂ ਬੋਲੀ ਤੋਂ ਮੁਨਕਰ ਹੋਣ ਲਈ ਪ੍ਰੇਰਨ ਵਿੱਚ ਜੋ ਬਦਕਾਰ ਭੂਮਿਕਾ ਨਿਭਾਈ ਸੀ ਅਤੇ ਲਗਾਤਾਰ 20 ਵਰ੍ਹਿਆਂ ਤੋਂ ਹਰ ਧਾਰਮਿਕ ਅਤੇ ਸੱਭਿਆਚਾਰਕ ਮਸਲੇ ਤੇ ਸਿੱਖ ਪੰਥ ਨਾਲ ਜਿਸ ਕਿਸਮ ਦਾ ਸੌਂਕਣ ਆਡਾ ਲਾ ਰੱਖਿਆ ਹੋਇਆ ਸੀ, ਉਸ ਹਿਸਾਬ ਨਾਲ ਉਸ ਨੂੰ ਅਕਾਲੀ ਦਲ ਦੀ ਅਗਵਾਈ ਹੇਠਲੀ ਸਰਕਾਰ ਵਿੱਚ ਸ਼ਾਮਲ ਹੋਣ ਲਈ ਰਜ਼ਾਮੰਦ ਕਰ ਸਕਣਾ ਕੁੱਬੇ ਨੂੰ ਘੋੜੀ ਚੜਾਉਣਾ ਵਰਗੀ ਗੱਲ ਲੱਗਦੀ ਸੀ। ਇਸ ਨਾਮੁਮਕਿਨ ਨੂੰ ਮੁਮਕਿਨ ਬਣਾਉਣ ਵਾਸਤੇ ਜਾਂ ਤਾਂ ਅਕਾਲੀ ਦਲ ਅਤੇ ਜਨਸੰਘ ਦੋਨਾਂ ਨੂੰ ਹੀ ਲੈ ਦੇ ਦੀ ਭਾਵਨਾ ਅਧੀਨ ਆਪੋ ਆਪਣੀਆਂ ਸਿਧਾਂਤਕ ਪੋਜੀਸ਼ਨਾਂ ਤੋਂ ਬਰਾਬਰ ਪਿਛਾਂਹ ਹਟਣਾ ਪੈਣਾ ਸੀ ਅਤੇ ਜਾਂ ਫਿਰ ਦੋਨਾਂ ਚੋਂ ਇੱਕ ਧਿਰ ਨੂੰ ਦੂਸਰੇ ਦੀ ਜਿੱਦ ਅੱਗੇ ਝੁਕਣਾ ਪੈਣਾ ਸੀ। ਪੰਜਾਬ ਦੇ ਹਿੰਦੂ ਵਰਗ ਖਾਸ ਕਰਕੇ ਇਸ ਅੰਦਰਲੇ ਵਪਾਰੀ ਕਾਰੋਬਾਰੀ ਹਿੱਸਿਆਂ ਅਤੇ ਨੌਕਰੀ ਪੇਸ਼ਾ ਤੱਤਾਂ ਨੂੰ ਕੇਂਦਰ ਸਰਕਾਰ ਦੁਆਰਾ ਪੰਜਾਬੀ ਸੂਬੇ ਦੀ ਮੰਗ ਮੰਨ ਲੈਣ ਦਾ ਅਪਰਾਧ ਕਰ ਬੈਠਣ ਬਦਲੇ ਕਾਂਗਰਸੀ ਲੀਡਰਸ਼ਿਪ ਵਿਰੁੱਧ ਅਜਿਹੀ ਵਿਹੋ ਚੜੀ ਹੋਈ ਸੀ ਕਿ ਉਹਨਾਂ ਸਜ਼ਾ ਦੇ ਤੌਰ ਤੇ ਕਾਂਗਰਸ ਪਾਰਟੀ ਨੂੰ ਪੰਜਾਬ ਅੰਦਰ ਸੱਤਾ ਤੋਂ ਭੁੰਜੇ ਪਟਕਾ ਮਾਰਿਆ ਸੀ। ਹਿੰਦੂ ਵਰਗ ਅੰਦਰਲੇ ਕੱਟੜਵਾਦੀ ਤੱਤਾਂ ਦੀਆਂ ਇਹਨਾਂ ਕਾਂਗਰਸ ਵਿਰੋਧੀ ਭਾਵਨਾਵਾਂ ਦੇ ਪ੍ਰਤਾਪ ਸਦਕਾ ਹੀ ਜਨਸੰਘ ਦੇ 9 ਉਮੀਦਵਾਰ ਪੰਜਾਬ ਵਿਧਾਨ ਸਭਾ ਅੰਦਰ ਪ੍ਰਵੇਸ਼ ਕਰਨ ਵਿੱਚ ਸਫਲ ਹੋ ਗਏ ਸਨ। ਸੋ ਜਨਸੰਘ ਲਈ ਇਹਨਾਂ ਹਿੰਦੂ ਭਾਵਨਾਵਾਂ ਦੀ ਅਣਦੇਖੀ ਕਰ ਸਕਣਾ ਸੰਭਵ ਨਹੀਂ ਸੀ। ਉਹ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਰੱਖਣ ਦੀ ਇੱਛਾ ਜ਼ਰੂਰ ਰੱਖਦੀ ਸੀ, ਪਰੰਤੂ ਇਸ ਉਦੇਸ਼ ਦੀ ਪੂਰਤੀ ਲਈ ਆਪਣੇ ਫਿਰਕੂ ਪੈਂਤੜੇ ਅੰਦਰ ਨਰਮਾਈ ਲਿਆਉਣ ਦਾ ਰਾਜਨੀਤਿਕ ਜੋਖਮ ਨਹੀਂ ਸੀ ਉਠਾ ਸਕਦੀ। ਇਸ ਦੀ ਤੁਲਨਾ ਵਿੱਚ ਅਕਾਲੀ ਲੀਡਰਸ਼ਿਪ ਲਈ ਜਨਸੰਘ ਦੀ ਫਿਰਕੂ ਜ਼ਿੱਦ ਅੱਗੇ ਲਿਖਣਾ ਅਤੇ ਉਸ ਨੂੰ ਸਿਧਾਂਤਕ ਰਵਾਇਤਾਂ ਦੇਣਾ ਰਾਜਨੀਤਿਕ ਤੌਰ ਤੇ ਉਨਾ ਮੁਸ਼ਕਲ ਸਵਾਲ ਨਹੀਂ ਸੀ। ਸਿੱਖ ਰਾਜਨੀਤੀ ਤੇ ਭਾਰੂ ਹੋਈ ਨਵੀਂ ਅਕਾਲੀ ਲੀਡਰਸ਼ਿਪ ਆਪਣੇ ਵਿਅਕਤੀਗਤ ਕਿਰਦਾਰ ਅਤੇ ਜਮਾਤੀ ਤਾਸੀਰ ਦੋਨਾਂ ਹੀ ਪੱਖਾਂ ਤੋਂ ਇਸ ਰਾਹ ਉੱਤੇ ਅੱਗੇ ਵਧਣ ਦਾ ਭਰਪੂਰ ਦਮ ਰੱਖਦੀ ਸੀ। ਧਨਾੜ ਜ਼ਿਮੀਂਦਾਰ ਤਬਕੇ ਚੋਂ ਆਈ ਇਸ ਲੀਡਰਸ਼ਿਪ ਦਾ ਸਮਾਜਿਕ ਅਤੇ ਰਾਜਨੀਤਿਕ ਆਧਾਰ ਮੁੱਖ ਤੌਰ ਤੇ ਜੱਟ ਕਿਸਾਨੀ ਅੰਦਰ ਹੈ। ਜੱਟ ਦੇ ਸੁਭਾਅ ਅੰਦਰ ਹੈਂਕੜ ਅਤੇ ਰੁੱਖਾਪਣ ਤਾਂ ਹੈ, ਪਰ ਕੱਟੜਪੁਣਾ ਨਹੀਂ। ਉਹ ਸਿਧਾਂਤਾਂ ਦੇ ਮਾਮਲੇ 'ਚ ਘੱਟ ਚੀੜਾ ਅਤੇ ਵਿਚਾਰਾਂ ਦੇ ਮਾਮਲੇ ਵਿੱਚ ਵੱਧ ਖੁੱਲ੍ਹ ਖਿਆਲੀਆ ਹੈ। ਸਿਧਾਂਤਕ ਮਿਜ਼ਾਜ ਉਸਦੇ ਕਿੱਤੇ ਦੇ ਸੁਭਾਅ ਦੇ ਅਨੁਕੂਲ ਨਹੀਂ ਅਤੇ ਉਹ ਆਮ ਜ਼ਿੰਦਗੀ ਅੰਦਰ ਜ਼ਿਆਦਾ ਕਰਕੇ ਵਿਹਾਰ ਮੁਖੀ ਪਹੁੰਚ ਅਪਣਾ ਕੇ ਚੱਲਦਾ ਹੈ। ਸ਼ਾਇਦ ਇਸੇ ਵਜ੍ਹਾ ਕਰਕੇ ਉਸ ਅੰਦਰ ਖਾਲੀ ਸਿਧਾਂਤਾਂ ਦੇ ਅਸੂਲਾਂ ਨਾਲੋਂ ਠੋਸ ਲਾਭਾਂ ਨੂੰ ਤਰਜੀਹ ਦੇਣ ਦੀ ਰੁਚੀ ਭਾਰੂ ਹੈ। ਆਮ ਨਿਯਮ ਦੇ ਤੌਰ ਤੇ ਹੀ ਕਿਸਾਨ ਵਰਗ ਸ਼ਹਿਰੀ
ਮੱਧ ਵਰਗ ਦੀ ਤੁਲਨਾ ਵਿੱਚ ਕੌਮੀ ਮਸਲਿਆਂ ਪ੍ਰਤੀ ਘੱਟ ਸੰਵੇਦਨਸ਼ੀਲ ਹੁੰਦਾ ਹੈ। ਉਸ ਲਈ ਠੋਸ ਆਰਥਿਕ ਮਸਲੇ ਵੱਧ ਅਹਿਮ ਹੁੰਦੇ ਹਨ। ਪੰਜਾਬੀ ਸੂਬੇ ਦੀ ਜਦੋਜਹਿਦ ਅੰਦਰ ਸਿੱਖ ਕਿਸਾਨੀ ਦੁਆਰਾ ਨਿਭਾਈ ਗਈ ਗਤੀਸ਼ੀਲ ਭੂਮਿਕਾ ਦੀ ਪ੍ਰਮੁੱਖ ਵਜ੍ਹਾ ਇਹ ਨਹੀਂ ਸੀ ਕਿ ਉਹ ਭਾਸ਼ਾ ਦੇ ਮਸਲੇ ਪ੍ਰਤੀ ਵੱਧ ਕੋਮਲ ਭਾਵੀ ਸੀ। ਬੋਲੀ ਦਾ ਮਾਮਲਾ ਆਪਣੇ ਆਪ ਵਿੱਚ ਕਿਸਾਨੀ ਦੇ ਵਿਚਾਰ ਜਗਤ ਦੇ ਅੰਦਰ ਕੋਈ ਬਹੁਤ ਵੱਡੀ ਅਹਿਮੀਅਤ ਨਹੀਂ ਰੱਖਦਾ। ਪੰਜਾਬੀ ਸੂਬੇ ਦੇ ਮਸਲੇ ਨੂੰ ਉਚਾਰਨ ਉਭਾਰਨ ਅਤੇ ਇਸ ਨੂੰ ਹਿੰਦੂ ਹਾਕਮਾਂ ਵਿਰੁੱਧ ਸੰਘਰਸ਼ ਦਾ ਪ੍ਰਮੁੱਖ ਮੁੱਦਾ ਬਣਾਉਣ ਵਿੱਚ ਪੰਥ ਦੇ ਪੜ੍ਹੇ ਲਿਖੇ ਸ਼ਹਿਰੀ ਹਿੱਸਿਆਂ ਦਾ ਵੱਧ ਯੋਗਦਾਨ ਸੀ। ਉਹਨਾਂ ਨੇ ਗੱਲ ਰੇੜੇ ਪਾ ਦਿੱਤੀ ਸੀ। ਹਿੰਦੂ ਹਾਕਮਾਂ ਦੁਆਰਾ ਅਕਾਲੀ ਦਲ ਦੀ ਇਸ ਨਿਆਂਈ ਮੰਗ ਪ੍ਰਤੀ ਧਾਰਨ ਕੀਤੇ ਨਕਾਰੀ ਰਵੱਈਏ ਨਾਲ ਸਿੱਖਾਂ ਦੇ ਵਿਸ਼ਵਾਸ ਅਤੇ ਭਾਵਨਾਵਾਂ ਨੂੰ ਤਕੜੀ ਚੋਟ ਪਹੁੰਚੀ। ਇਹ ਉਹਨਾਂ ਨੂੰ ਵਿਸ਼ਵਾਸਘਾਤ ਅਤੇ ਸ਼ਰੀਹਣ ਬੇਇਨਸਾਫੀ ਵਾਲੀ ਗੱਲ ਜਾਪੀ। ਕੈਰੋਂ ਪ੍ਰਸ਼ਾਸਨ ਦੇ ਜ਼ੁਲਮੀ ਹੱਥ ਕੰਡਿਆਂ ਨੇ ਸਿੱਖ ਭਾਈਚਾਰੇ ਦੀਆਂ ਇਹਨਾਂ ਵਲੂੰਦਰੀਆਂ ਭਾਵਨਾਵਾਂ ਨੂੰ ਚੁਆਤੀ ਲਾ ਦਿੱਤੀ, ਜਿਸ ਨਾਲ ਪੰਜਾਬੀ ਸੂਬੇ ਦਾ ਮਸਲਾ ਸਿੱਖ ਪੰਥ ਲਈ ਮਹਿਜ਼ ਇੱਕ ਭਾਸ਼ਾਈ ਸੱਭਿਆਚਾਰਕ ਮਸਲਾ ਨਾ ਰਹਿ ਕੇ ਪੰਥ ਦੀ ਸ਼ਾਨ ਅਤੇ ਸਵੈ ਸਨਮਾਨ ਦੀ ਰਾਖੀ ਦਾ ਮਸਲਾ ਬਣ ਗਿਆ। ਜੁਝਾਰੂ ਕੌਮਾਂ ਲਈ ਸਵੈ ਸਨਮਾਨ ਦਾ ਮਸਲਾ ਹਮੇਸ਼ਾ ਹੀ ਵਧਵੀਂ ਅਹਿਮੀਅਤ ਰੱਖਦਾ ਹੈ। ਪੰਜਾਬ ਦੇ ਜੱਟ ਕਿਸਾਨ ਉੱਤੇ ਇਹ ਗੱਲ ਖਾਸ ਤੌਰ ਤੇ ਲਾਗੂ ਹੁੰਦੀ ਹੈ। ਜਦ ਕੋਈ ਮਸਲਾ ਉਸਦੇ ਸਵੈ ਸਨਮਾਨ ਦੇ ਜਜ਼ਬੇ ਨਾਲ ਉਲਝ ਜਾਵੇ ਤਾਂ ਉਹ ਪੂਰੀ ਤਾਕਤ ਨਾਲ ਹਰਕਤ ਵਿੱਚ ਆਉਂਦਾ ਹੈ ਅਤੇ ਫਿਰ ਨਫੇ ਨੁਕਸਾਨ ਦੀ ਪਰਵਾਹ ਕੀਤੇ ਬਗੈਰ ਆਖਰੀ ਦਮ ਤੱਕ ਲੜਾਈ ਲੜਦਾ ਹੈ। ਆਪਣੀ ਇਸ ਖਾਸੀਅਤ ਸਦਕਾ ਹੀ ਉਹ ਇਤਿਹਾਸ ਅੰਦਰ ਵੱਡੇ ਮਾਰ ਕੇ ਮਾਰਦਾ ਆਇਆ ਹੈ। ਪੰਜਾਬੀ ਸੂਬੇ ਦੀ ਜਦੋਜਹਿਦ ਅੰਦਰ ਸਿੱਖ ਕਿਸਾਨੀ ਦੇ ਗੌਰਵਸ਼ਾਲੀ ਰੋਲ ਨੂੰ ਇਸ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਣਾ ਚਾਹੀਦਾ ਹੈ। ਪੰਜਾਬੀ ਸੂਬੇ ਦੀ ਸਥਾਪਨਾ ਤੇ ਹਰੇ ਇਨਕਲਾਬ ਦੇ ਮੇਲਵੇਂ ਘਟਨਾਕ੍ਰਮ ਨੇ ਸਿੱਖ ਕਿਸਾਨੀ ਦੀ ਰਾਜਸੀ ਸੋਚ, ਰੌਂ ਅਤੇ ਵਤੀਰੇ ਅੰਦਰ ਵੱਡੀ ਤਬਦੀਲੀ ਦੇ ਅਮਲ ਨੂੰ ਉਗਾਸਾ ਦੇ ਦਿੱਤਾ। ਹੁਣ ਉਸ ਲਈ ਪੰਜਾਬ ਅੰਦਰ ਰਾਜਸੀ ਸੱਤਾ ਗ੍ਰਹਿਣ ਕਰਨ ਅਤੇ ਇਸ ਦੀ ਆਪਣੇ ਜਮਾਤੀ ਆਰਥਿਕ ਹਿੱਤਾਂ ਦੀ ਰਾਖੀ ਤੇ ਪੂਰਤੀ ਲਈ ਵਰਤੋਂ ਕਰਨ ਦਾ ਕਾਰਜ ਆਮ ਧਾਰਮਿਕ ਅਤੇ ਸੱਭਿਆਚਾਰਕ ਸਰੋਕਾਰਾਂ ਨਾਲੋਂ ਵਧਵੀਂ ਅਹਿਮੀਅਤ ਅਖਤਿਆਰ ਕਰ ਗਿਆ। ਇਸ ਨਾਲ ਜ਼ਿਮੀਂਦਾਰ ਵਰਗ ਨਾਲ ਸੰਬੰਧਿਤ ਨਵੀਂ ਅਕਾਲੀ ਲੀਡਰਸ਼ਿਪ ਲਈ ਜਨ ਸੰਘ ਵਰਗੀ ਕੱਟੜ ਹਿੰਦੂ ਫਿਰਕਾ ਪ੍ਰਸਤ ਜਮਾਤ ਨਾਲ ਰਾਜਨੀਤਿਕ ਸੌਦੇਬਾਜ਼ੀ ਅਤੇ ਸਾਂਝ ਭਿਆਲੀ ਦਾ ਰਾਹ ਖੁੱਲ੍ਹ ਗਿਆ, ਕਿਉਂਕਿ ਹਿੰਦੂ ਵਰਗ ਦਾ ਸਿੱਖ ਪੰਥ ਨਾਲ ਵਿਰੋਧ ਅਤੇ ਝਗੜਾ ਮੁੱਖ ਰੂਪ ਵਿੱਚ ਧਾਰਮਿਕ ਸੱਭਿਆਚਾਰਕ ਮੁੱਦਿਆਂ ਉੱਤੇ ਕੇਂਦਰਿਤ ਸੀ। ਭਾਵੇਂ ਇਸ ਅੰਦਰ ਆਰਥਿਕ ਪੱਖ ਦੀ ਵੀ ਆਪਣੀ ਇੱਕ ਭੂਮਿਕਾ ਸੀ, ਪਰ ਫਿਰ ਵੀ ਕੁੱਲ ਮਿਲਾ ਕੇ ਆਰਥਿਕ ਪਹਿਲੂ ਇਸ ਝਗੜੇ ਦਾ ਪ੍ਰਧਾਨ ਲੱਛਣ ਨਹੀਂ ਸੀ। ਪੰਜਾਬੀ ਹਿੰਦੂ ਵਰਗ ਭਾਵੇਂ ਅਣਮੰਨੇ ਚਿੱਤ ਨਾਲ ਹੀ ਅਕਾਲੀ ਦਲ ਨੂੰ ਆਰਥਿਕ ਖੇਤਰ ਅੰਦਰ ਛੋਟਾਂ ਦੇਣ ਲਈ ਤਾਂ ਰਜ਼ਾਮੰਦ ਹੋ ਸਕਦਾ ਸੀ, ਪਰੰਤੂ ਧਾਰਮਿਕ ਸੱਭਿਆਚਾਰਕ ਮੁੱਦਿਆਂ ਤੇ ਪੰਥ ਨੂੰ ਮਾਮੂਲੀ ਰਿਆਇਤ ਦੇਣ ਦੀ ਗੱਲ ਉਸਦੇ ਸੰਗ ਹੇਠੋਂ ਨਹੀਂ ਸੀ ਉਤਰਦੀ। ਇਸ ਕਰਕੇ ਮਾਰਚ 1967 ਵਿੱਚ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠਲੀ ਸਾਂਝੀ ਸਰਕਾਰ ਵਿੱਚ ਸ਼ਾਮਲ ਹੋਣ ਲਈ ਜਨ ਸੰਘ ਨੇ ਆਪਣੇ ਫਿਰਕੂ ਪੈਂਤੜੇ ਅੰਦਰ ਲਚਕ ਲਿਆਉਣ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ। ਸਾਂਝੀ ਸਰਕਾਰ ਕਾਇਮ ਕਰਨ ਦੇ ਉਦੇਸ਼ ਨਾਲ ਸੰਬੰਧਿਤ ਧਿਰਾਂ ਦੁਆਰਾ ਜੋ ਸਾਂਝਾ ਘੱਟੋ ਘੱਟ ਪ੍ਰੋਗਰਾਮ ਪ੍ਰਵਾਨ ਕੀਤਾ ਗਿਆ, ਉਸ ਚੋਂ ਨਵੀਂ ਅਕਾਲੀ ਲੀਡਰਸ਼ਿਪ ਦੇ ਜਮਾਤੀ ਕਿਰਦਾਰ ਅਤੇ ਰਾਜਸੀ ਸੱਭਿਆਚਾਰ ਬਾਰੇ ਨਿੱਗਰ ਸੰਕੇਤ ਮਿਲ ਜਾਂਦੇ ਹਨ। ਜਨ ਸੰਘ ਦੀ ਜਿੱਦ ਅਤੇ ਦਬਾਅ ਸਦਕਾ 11 ਨੁਕਤਿਆਂ ਵਿੱਚ ਗੁੰਦੇ ਇਸ ਪ੍ਰੋਗਰਾਮ ਅੰਦਰ ਸਿੱਖ ਪੰਥ ਦੇ ਧਾਰਮਿਕ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਮੁਕੰਮਲ ਰੂਪ ਵਿੱਚ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਅਕਾਲੀ ਲੀਡਰਸ਼ਿਪ ਦੁਆਰਾ ਜਨ ਸੰਘ ਨੂੰ ਦਿੱਤੀ ਇਹ ਰਿਆਇਤ ਮਾਮੂਲੀ ਨਹੀਂ ਸੀ।
ਇਹ ਪੰਜਾਬੀ ਸੂਬੇ ਦੀ ਸਥਾਪਨਾ ਦੇ ਮੂਲ ਉਦੇਸ਼ ਤੇ ਭਾਵਨਾ ਦਾ ਕਤਲ ਕਰ ਸੁੱਟਣ ਵਾਲੀ ਗੱਲ ਸੀ। ਕਿਉਂਕਿ ਦੇਖਿਆ ਜਾਵੇ ਤਾਂ ਸਿੱਖ ਕੌਮ ਦੇ ਦ੍ਰਿਸ਼ਟੀਕੋਣ ਤੋਂ ਪੰਜਾਬੀ ਸੂਬੇ ਦੀ ਸਥਾਪਨਾ ਦਾ ਸਭ ਨਾਲੋਂ ਅਹਿਮ ਅਤੇ ਪ੍ਰਮੁੱਖ ਉਦੇਸ਼ ਸਿੱਖ ਧਰਮ ਦੇ ਸੱਭਿਆਚਾਰ ਦੀ ਹਿੰਦੂਵਾਦੀ ਗਲਬੇ ਤੋਂ ਰੱਖਿਆ ਕਰਨੀ ਅਤੇ ਸਿੱਖ ਕੌਮ ਦੇ ਸੁਤੰਤਰ ਵਿਕਾਸ ਲਈ ਅਨੁਕੂਲ ਹਾਲਤਾਂ ਪੈਦਾ ਕਰਨਾ ਸੀ। ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।